ਡੇਲੀ ਪੋਸਟ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਤਿੰਦਰ ਸ਼ਰਮਾ ਸਵਾਗਤ ਕਰਦਾ ਹਾਂ। ਅੱਜ ਅਸੀਂ ਗੱਲ ਕਰਾਂਗੇ ਇੰਡਸਟਰੀ ਦੇ ਉੱਤੇ, ਕਿਉਂਕਿ ਲਾਕਡਾਊਨ ਨੂੰ 50 ਦਿਨ ਤੋਂ ਜ਼ਿਆਦਾ ਸਮਾਂ ਹੋ ਚੁੱਕਾ ਹੈ ਤੇ ਜਿਹੜੀ ਲੇਬਰ ਵੀ ਹੈ, ਸ਼ਰਮਿਕ ਵੀ ਹੈ, ਉਹ ਵਾਪਸ ਆਪਣੇ ਘਰਾਂ ਨੂੰ ਜਾ ਰਹੇ ਨੇ। ਤੇ ਸਾਡੇ ਨਾਲ ਨੇ ਇੰਡਸਟਰੀ ਦੇ ਮਾਹਿਰ ਰਕੇਸ਼ ਸੱਭਰਵਾਲ ਜੀ, ਜਿਨ੍ਹਾਂ ਨਾਲ ਅਸੀਂ ਗੱਲ ਕਰਾਂਗੇ ਤੇ ਉਹਨਾਂ ਨੂੰ ਪੁੱਛਾਂਗੇ। ਉਹਨਾਂ ਦੀ ਹੋਟਲ ਇੰਡਸਟਰੀ ਹੈ, ਉਹਨਾਂ ਦੇ 4 ਹੋਟਲ ਨੇ ਤੇ ਉਹ MD ਨੇ ਹੋਟਲ ਦੇ, ਪ੍ਰੈਜ਼ੀਡੈਂਟ ਹੋਟਲ ਪੂਰੀ ਚੈਨ ਹੈ ਉਹਨਾਂ ਦੀ, ਜਿਨ੍ਹਾਂ ਨਾਲ ਗੱਲ ਕਰਾਂਗੇ ਇਸ ਲਾਕਡਾਊਨ ਦੇ ਪੀਰੀਅਡ ਦੇ ਵਿੱਚ। ਸਰ, ਤੁਹਾਡੀ ਇੰਡਸਟਰੀ ਉੱਤੇ ਕੀ ਫਰਕ ਪੈ ਰਿਹਾ ਹੈ? ਮੇਰਾ ਖਿਆਲ ਜਤਿੰਦਰ ਜੀ, ਸਾਰਾ ਫਰਕ ਹੀ ਸਾਡੀ ਇੰਡਸਟਰੀ ਨੂੰ ਪੈ ਰਿਹਾ। ਫਸਟ ਵਨ ਟੂ ਹਿੱਟ ਅਸੀਂ ਆ ਤੇ ਲਾਸਟ ਵਨ ਟੂ ਰਿਵਾਈਵ ਅਸੀਂ ਆ। ਫੈਕਟਰੀਆਂ ਫੇਰ ਚੱਲ ਪਈਆਂ, ਦੁਕਾਨਾਂ ਫੇਰ ਚੱਲ ਪਈਆਂ। ਸਾਡੀ ਇੰਡਸਟਰੀ ਅਜੇ ਅੱਗੇ ਹਨੇਰਾ ਹੀ ਹਨੇਰਾ। ਮੈਨੂੰ ਨਹੀਂ ਲੱਗਦਾ ਕਿ ਇਹ ਦਸੰਬਰ ਤੱਕ ਅਸੀਂ ਚੱਲ ਪਾਵਾਂਗੇ ਪ੍ਰੋਪਰ। ਸਾਰਾ ਫਰਕ ਸਾਡੀ ਇੰਡਸਟਰੀ ਨੂੰ ਹੀ ਹੈ। 80,000 ਅਪਰੋਕਸੀਮੇਟ ਹੋਟਲ ਨੇ, ਰਜਿਸਟਰਡ ਹੋਟਲ ਆਲ ਇੰਡੀਆ 'ਚ, ਔਰ ਇਨ ਕਰੋੜਸ ਡਾਇਰੈਕਟ ਔਰ ਇਨਡਾਇਰੈਕਟ ਬੰਦੇ ਡਿਪੈਂਡ ਨੇ ਇਸ ਇੰਡਸਟਰੀ ਦੇ ਉੱਤੇ। ਔਰ ਇਹ ਇੰਡਸਟਰੀ ਇਸ ਵੇਲੇ ਪੂਰੀ ਹਿਲ ਚੁੱਕੀ ਹੋਈ ਹੈ। ਅਸੀਂ ਹੋਟਲ ਇੱਕ ਵਾਰੀ ਮੈਂ ਕੋਰੀਡੋਰ 'ਚ ਹੋ ਕੇ ਆਇਆ ਵਾਂ ਅਤੇ ਮੈਨੂੰ ਲੱਗਦਾ, ਡਰ ਲੱਗਦਾ ਦੇਖ ਕੇ ਕਿ ਕਿੱਦਾਂ ਬਹਿ ਜਾ ਸੀ ਹੋਟਲ ਦੀ, ਔਰ ਇਸ ਵੇਲੇ ਕੀ ਪੋਜੀਸ਼ਨ ਹੈ। ਔਰ ਸਾਰੇ ਟੋਟਲ ਇੰਪਲਾਈਜ਼ ਸਾਡੇ ਹਿਲ ਚੁੱਕੇ ਨੇ, ਦੌੜ ਚੁੱਕੇ ਨੇ। 60% ਸਾਡੀ ਫਿਕਸ ਕੋਸਟ ਹੈ, ਜਿਹੜੀ 0% ਸੇਲ ਦੇ ਉੱਪਰ ਵੀ ਸਾਨੂੰ ਦੇਣੀ ਪੈ ਰਹੀ ਹੈ। ਇੱਕੋ ਹੀ ਐਸੀ ਇੰਡਸਟਰੀ ਹੈ ਸਾਡੀ ਜਿਹਦੇ 'ਚ 60% ਕੋਸਟ ਅਸੀਂ ਅਜੇ ਵੀ ਅਵੇਲ ਕਰ ਰਹੇ ਹਾਂ। ਜੀ ਬਿਲਕੁਲ, ਜਿਵੇਂ ਕਿ ਹੁਣ ਦੇਖਿਆ ਜਾਵੇ ਤਾਂ ਹੋਟਲ ਦੀ ਮੇਨਟੇਨ ਵੀ ਪੂਰਾ ਰੱਖਣਾ ਹੁੰਦਾ, ਬਿੱਲ ਵੀ ਆਣੇ, ਬਾਕੀ ਵੀ ਖਰਚੇ, ਜਿਹੜੀਆਂ ਕਿਸ਼ਤਾਂ ਵੀ ਹੈ ਉਹ ਵੀ ਸਾਰੀਆਂ ਨੇ, ਤੇ ਬਾਕੀ ਜਿਹੜੀ ਤੁਹਾਡੇ ਕੋਲ ਇੰਪਲੋਈ ਕੰਮ ਕਰਦੇ ਨੇ ਉਹਨਾਂ ਨੂੰ ਵੀ ਤਨਖਾਹ ਦੇਣੀ ਹੈ। ਸਭ ਕੁਝ ਕਿਸ ਤਰ੍ਹਾਂ ਚੱਲ ਰਿਹਾ? ਭਾਈ ਸਾਹਿਬ, ਉਹੀ ਦੱਸਿਆ ਮੈਂ, 60% ਇਹੀ ਚੀਜ਼ਾਂ ਦਾ ਸਾਡਾ ਖਰਚਾ ਹੈ। ਉਸ ਤੋਂ ਬਾਅਦ ਸਾਡੇ 4 ਹੋਟਲਾਂ ਦੇ ਵਿੱਚ ਇੰਪਲਾਈਆਂ ਨੂੰ ਅਸੀਂ ਸਵੇਰੇ ਸ਼ਾਮ ਦੁਪਹਿਰੇ ਖਾਣਾ ਖਿਲਾ ਰਹੇ ਹਾਂ। ਅਸੀਂ ਮੇਨ ਇੰਪਲਾਈ ਪੂਰੇ ਬੰਨ੍ਹ ਕੇ ਰੱਖੇ ਹੋਏ ਨੇ। ਪਰ ਹੁਣ ਇਹ ਜਿਹੜਾ ਗੌਰਮੈਂਟ ਦੀ ਸਕੀਮ ਆਈ ਹੈ ਕਿ ਫ੍ਰੀ ਅਸੀਂ ਛੱਡ ਕੇ ਆਵਾਂਗੇ, ਉਹਦੇ ਕਰਕੇ ਅਸੀਂ ਵੀ ਹਿਲ ਗਏ ਹਾਂ ਕਿ ਸਾਡੇ ਇੰਪਲਾਈ ਵੀ ਅੰਦਰੋਂ ਹੁਣ ਜਾਣ ਨੂੰ ਫਿਰਦੇ ਪਏ ਨੇ ਕਿ ਚਲੋ ਫ੍ਰੀ ਜਾਣਾ ਹੈ, ਚਲੋ ਚੱਕਰ ਲਾ ਆਉਂਦੇ ਹਾਂ। ਅਤੇ ਮੈਂ ਗੌਰਮੈਂਟ ਨੂੰ ਇਹੀ ਰਿਕੁਐਸਟ ਕਰਦਾ ਕਿ ਇਹ ਜਿਹੜੀ ਫ੍ਰੀ ਸਰਵਿਸ ਹੈ ਇਹਨੂੰ ਬੰਦ ਕੀਤਾ ਜਾਏ। ਜਿਹੜੀ ਮਾਈਗਰੈਂਟ ਲੇਬਰ, ਆਪਾਂ ਮਾਈਗਰੈਂਟ ਲੇਬਰ ਉਹਨੂੰ ਕਹਿੰਦੇ ਹਾਂ ਜਿਹੜੀ ਵਾਢੀਆਂ ਵੁੱਡੀਆਂ 'ਤੇ ਆਉਂਦੀ ਸੀ ਅਤੇ ਫਿਰ ਜਾਂਦੀ ਸੀ। ਐਕਚੁਅਲ ਉਹ ਮਾਈਗਰੈਂਟ ਲੇਬਰ 20% ਦੀ ਜਗ੍ਹਾ ਇਸ ਵੇਲੇ 60% ਲੇਬਰ ਜਾ ਰਹੀ ਹੈ। 40% ਲੇਬਰ ਸਾਡੇ ਲੋਕਾਂ ਦੀ, ਫੈਕਟਰੀ ਵਾਲਿਆਂ ਦੀ, ਸਾਰਿਆਂ ਦੀ ਇਨਵੋਲਵ ਹੋ ਕੇ ਜਾ ਰਹੀ ਹੈ। ਔਰ ਉਹਦੇ ਵਿੱਚ ਮੈਂ ਇਹ ਗੌਰਮੈਂਟ ਨੂੰ ਰਿਕੁਐਸਟ ਕਰਨਾ ਕਿ ਜੇ ਤੁਸੀਂ ਹੁਣ ਕਰ ਹੀ ਚੁੱਕੇ ਹੋ ਅਤੇ ਫਿਰ ਇੱਕ ਫ੍ਰੀ ਸਰਵਿਸ ਉੱਧਰੋਂ ਦੀ ਵੀ ਇੱਦਾਂ ਹੀ ਚਲਾਈਓ ਮਹੀਨੇ ਬਾਅਦ ਕਿ ਫ੍ਰੀ ਸਰਵਿਸ ਹੈ ਜੀ, ਵਾਪਸ ਜਿੰਨੇ ਆਉਣਾ ਆਏ। ਫਿਰ ਗੌਰਮੈਂਟ ਦਾ ਸਾਥ ਅਸੀਂ ਮੰਨਦੇ ਹਾਂ ਕਿ ਅੱਛਾ ਵਾ, ਜਿੱਦਾਂ ਫ੍ਰੀ ਛੱਡ ਕੇ ਆਏ ਹੋ ਮਹੀਨੇ ਬਾਅਦ ਫ੍ਰੀ ਲੈ ਕੇ ਆਇਓ। ਜੀ ਬਿਲਕੁਲ ਸੱਭਰਵਾਲ ਸਾਹਿਬ, ਇਸ ਤਰ੍ਹਾਂ ਹੈ ਕਿ ਜਿਹੜਾ ਕਿ ਹੁਣ ਜਿਹੜੀ ਜਾ ਰਹੀ ਹੈਗੀ ਲੇਬਰ, ਇਹ ਤਾਂ ਬਿਲਕੁਲ ਠੀਕ ਹੈ, ਪਰ ਇਹਦੇ ਨਾਲ ਜਦੋਂ ਹੁਣ ਲੇਬਰ ਤੋਂ ਪਰ ਜਿਹੜੀ ਤੁਹਾਡੀ ਇੰਡਸਟਰੀ ਹੈ, ਹੋਟਲ ਇੰਡਸਟਰੀ, ਇਹ ਤੁਸੀਂ ਕਦੋਂ ਤੱਕ ਸਮਝਦੇ ਕਿ ਕਦੋਂ ਤੱਕ ਇਹ ਸਟੈਂਡ ਹੋਏਗੀ ਤੁਹਾਡੀ? ਕਿਉਂਕਿ ਹੁਣ ਲੇਬਰ, ਕਿਉਂਕਿ ਜਿਹੜੀ ਗੱਲ ਕਰੀਏ ਲੇਬਰ ਦੀ, ਇਹਦੀ ਹੁਣ ਝੋਨੇ ਦੇ ਉੱਤੇ ਲੋੜ ਹੈ, ਪਰ ਹੋਟਲ ਇੰਡਸਟਰੀ ਨੂੰ ਜੇ ਤੁਹਾਡੀ ਜੋ ਇੰਡਸਟਰੀ ਹੈ ਉਹਦੇ 'ਤੇ ਗੱਲ ਕਰੀਏ ਤਾਂ ਇਹ ਕਦੋਂ ਤੱਕ ਸਟੈਂਡ ਹੋਣ ਦੀ ਤੁਹਾਨੂੰ ਉਮੀਦ ਹੈ? ਕਦੋਂ ਤੱਕ ਖੜੀ ਹੋਏਗੀ? ਜਤਿੰਦਰ ਜੀ, ਮੈਨੂੰ ਨਹੀਂ ਲੱਗਦਾ ਕਿ ਦਸੰਬਰ ਤੋਂ ਪਹਿਲੇ ਅਸੀਂ ਚੱਲ ਪਾਵਾਂਗੇ। ਪਹਿਲੀ ਗੱਲ ਤਾਂ ਹੁਣ ਸਾਨੂੰ ਸਟਾਰਟਿੰਗ ਟਰਬਲ ਆਉਣੀ ਹੈ। ਕਦੀ ਕਹਿੰਦੇ ਨੇ ਜੀ ਆਪਾਂ ਟੇਕਵੇ ਸ਼ੁਰੂ ਕਰਾਂਗੇ, ਫਿਰ ਅਸੀਂ 50 ਬੰਦੇ ਤੋਂ ਵੱਧ ਨਹੀਂ ਹੋਣਗੇ, ਅਤੇ ਇਹ ਸਾਰਾ ਕੁਝ ਰੂਟੀਨ ਆਉਂਦੇ, ਜੇ ਰੱਬ ਨੇ ਸੁੱਖ ਰੱਖਿਆ ਤੇ ਦਸੰਬਰ ਤੱਕ ਅਸੀਂ ਰੂਟੀਨ 'ਚ ਆਵਾਂਗੇ। ਔਰ ਦਸੰਬਰ ਤੋਂ ਬਾਅਦ ਸਾਡੇ ਕੋਲ ਬੁਕਿੰਗਾਂ ਆਉਣੀਆਂ ਸ਼ੁਰੂ ਹੋਣਗੀਆਂ, ਜਿਹੜੀ ਫਰਵਰੀ ਮਾਰਚ ਅਸੀਂ ਕਰਾਂਗੇ। ਕਿਉਂਕਿ ਜਿਹੜਾ ਵੀ ਘਰ ਕਿਸੇ ਦੇ ਫੰਕਸ਼ਨ ਹੁੰਦਾ ਵਾ, ਵਿਆਹ ਹੁੰਦਾ ਵਾ, ਕੋਈ ਵੀ ਸੈਰਾਮਨੀ ਹੁੰਦੀ, ਉਹ 6 ਮਹੀਨੇ ਪਹਿਲੇ ਤਿਆਰੀ ਕਰਦਾ। ਕਿਉਂਕਿ ਅਸੀਂ ਪੰਜਾਬ 'ਚ ਬੈਠੇ ਹਾਂ, NRI ਏਰੀਏ 'ਚ ਬੈਠੇ ਹਾਂ। 80% ਜਿਹੜੇ ਗੈਸਟ ਉਹ NRI ਨੇ। ਉਹ NRI ਗੈਸਟ ਆਏਗਾ, ਉਹਦੀ ਪਲੈਨਿੰਗਾਂ, ਡੇਟਾ ਆਉਣਗੀਆਂ ਅਤੇ ਲੋਕ ਡੇਟਾ ਫਿਕਸ ਕਰਦੇ ਨੇ ਆਪਣੇ ਫੰਕਸ਼ਨ ਦੀਆਂ, ਕਿਉਂਕਿ ਸਭ ਦੇ ਮਾਮੇ, ਚਾਚੇ, ਤਾਏ, ਭਰਾ, ਭੈਣਾਂ ਸਭ ਬਾਹਰ ਹੈਗੀਆਂ ਨੇ। ਅਤੇ ਇਸ ਲਈ ਮੈਨੂੰ ਨਹੀਂ ਲੱਗਦਾ ਕਿ ਅਸੀਂ ਦਸੰਬਰ ਤੋਂ ਪਹਿਲੇ ਸਟੈਂਡ ਹੋ ਪਾਵਾਂਗੇ। ਔਰ ਜੇ ਦਸੰਬਰ 'ਚ ਵੀ ਹੋ ਜਾਣਾ ਤਾਂ ਵੀ ਬਹੁਤ ਵੱਡੀ ਗੱਲ ਹੈ। ਨਹੀਂ, ਜਿਵੇਂ ਕਿ ਲੋਕਾਂ ਦੇ ਮਨ ਦੇ ਵਿੱਚ ਇੱਕ ਕਰੋਨਾ ਦਾ ਇਸ ਤਰ੍ਹਾਂ ਡਰ ਬੈਠ ਚੁੱਕਾ ਹੈ ਕਿ ਹਲੇ ਨਹੀਂ ਉਮੀਦ ਹੈਗੀ ਕਿ ਦਸੰਬਰ ਤੱਕ ਕੁਝ ਲੋਕ ਵਿਆਹ ਸ਼ਾਦੀਆਂ ਦੇ ਫੰਕਸ਼ਨ ਕੋਈ ਅਰੇਂਜ ਕਰਨਗੇ ਜਾਂ ਰੱਖਣਗੇ। ਜੇ ਕਰਨਗੇ ਵੀ ਤਾਂ ਉਹੀ ਜੋ ਅੱਜ ਕੱਲ੍ਹ ਸਾਦੀਆਂ ਸ਼ਾਦੀਆਂ ਚੱਲਦੀਆਂ ਪਈਆਂ ਨੇ, 2-4 ਬੰਦੇ ਗਏ, 10 ਬੰਦੇ ਗਏ, ਇੱਥੇ ਜਾ ਕੇ ਉਹਨਾਂ ਨੇ ਆਪਣਾ ਕਾਰਜ ਕਰ ਲਿੱਤਾ। ਬਿਲਕੁਲ ਠੀਕ ਹੈ। ਅਸੀਂ ਵੀ ਕਿਸੇ ਜਿਹੜੀ ਤੁਹਾਡੀ ਸੋਚ ਹੈ ਇਹਨਾਂ ਨਾਲ ਅਸੀਂ ਸਹਿਮਤ ਹਾਂ।
ਜਲਦੀ ਕਿਧਰੇ ਅਸੀਂ ਖੁਦ ਨਹੀਂ ਅਜੇ ਕੋਈ ਫੰਕਸ਼ਨ ਘਰ ਦਾ ਵੀ ਕੋਈ ਹੋਵੇ ਤਾਂ ਨਹੀਂ ਕਰਨ ਨੂੰ ਤਿਆਰ ਅਜੇ। ਤੇ ਅਸੀਂ ਤਾਂ ਜੇ ਐਜ਼ਿਊਮ ਕਰ ਰਹੇ ਹਾਂ ਦਸੰਬਰ ਦਾ, ਹੋ ਸਕਦਾ ਉਹ ਫਰਵਰੀ ਮਾਰਚ ਵੀ ਹੋਵੇ, ਹੋ ਸਕਦਾ ਉਹ ਅਗਲੀ ਅਗਸਤ ਹੋਵੇ। ਪਰ ਮੈਂ ਉਹੀ ਗੌਰਮੈਂਟ ਤੋਂ ਇੱਕ ਇਹੀ ਗੱਲ ਕਰਨਾ ਚਾਹੁੰਦਾ ਕਿ ਗੌਰਮੈਂਟ ਨੂੰ ਸਾਡੀ ਹੌਸਪਿਟੈਲਿਟੀ ਇੰਡਸਟਰੀ ਦਾ ਖਿਆਲ ਰੱਖਣਾ ਚਾਹੀਦਾ ਹੈ। ਕੋਈ ਸਪੈਸ਼ਲ ਪੈਕੇਜ ਸਾਨੂੰ ਚਾਹੀਦਾ ਹੈ, ਕਿਉਂਕਿ 97% ਹੋਟਲ ਔਨ ਇੰਸਟਾਲਮੈਂਟ ਨੇ। ਕਿਸੇ ਵੀ ਹੋਟਲ ਵਾਲੇ ਦਾ ਆਪਣਾ ਪੈਸਾ ਨਹੀਂ ਲੱਗਾ, ਸਭ ਬੈਂਕਾਂ ਦੇ ਨਾਲ ਚੱਲਦੇ ਪਏ ਨੇ। ਜਿੰਨੀ ਇੰਸਟਾਲਮੈਂਟਸ ਹੈ ਉਹ ਸਾਰੀਆਂ ਸੇਲਾਂ 'ਚੋਂ ਨਿਕਲਦੀਆਂ, ਕੋਈ ਘਰ ਲੈ ਕੇ ਪੈਸੇ ਨਹੀਂ ਬੈਠਾ ਹੋਇਆ। ਤੇ ਜੇ ਬੰਦਾ ਘਰ ਲੈ ਕੇ ਪੈਸੇ ਬੈਠਾ ਫਿਰ ਉਹਨੂੰ ਇੰਟਰਸਟ ਤੇ ਲੈਣ ਦੀ ਕੀ ਜ਼ਰੂਰਤ ਹੈ? ਤੇ ਸਾਰਾ ਕੁਝ ਸੇਲਾਂ ਦੇ ਉੱਪਰੋਂ ਨਿਕਲਣਾ ਵਾ। ਤੇ ਸਾਨੂੰ ਹੁਣ ਗੌਰਮੈਂਟ ਵੱਲ ਅਸੀਂ ਮੂੰਹ ਕਰਕੇ ਚੱਕ ਕੇ ਦੇਖਦੇ ਪਏ ਹਾਂ ਕਿ ਗੌਰਮੈਂਟ ਹੁਣ ਸਾਡਾ ਕੁਝ ਸੋਚੇ, ਕੋਈ ਦੇਖੇ। ਨਹੀਂ ਤਾਂ ਜਿੰਨੀਆਂ ਅੱਛੀਆਂ ਬਿਲਡਿੰਗਾਂ ਬਣੀਆਂ ਹੋਈਆਂ, ਜੋ ਗੌਰਮੈਂਟ ਦੇ ਇਹ ਹੋਟਲ ਔਰਨਾਮੈਂਟ ਸੀਗੇ ਜਿਨ੍ਹਾਂ ਦੀ ਡਿਸਕਸ਼ਨ ਫੋਰਨ 'ਚ ਹੁੰਦੀ ਸੀਗੀ, ਉਹ ਤਬਾਹ ਹੋ ਜਾਣੇ ਨੇ, ਖੰਡਰ ਬਣ ਜਾਣੇ ਨੇ। ਤੇ ਇਸ ਲਈ ਮੈਨੂੰ ਹੁਣ ਗੌਰਮੈਂਟ ਨਾਲ ਹੀ ਇਹ ਸਾਨੂੰ ਆਸ ਹੈ ਸਾਰੀ ਹੋਟਲ ਇੰਡਸਟਰੀ ਨੂੰ ਕਿ ਉਹ ਹੁਣ ਸਾਨੂੰ ਕੋਈ ਅੱਛਾ ਜਿਹਾ ਪੈਕੇਜ ਦੇਵੇ, ਜਿਹਨੂੰ ਕਰਕੇ ਅਸੀਂ 1 ਸਾਲ ਜਿਹੜਾ ਸਾਨੂੰ ਮੰਦਾ ਆਉਣ ਵਾਲਾ ਉਹਨੂੰ ਅਸੀਂ ਸਰਵਾਈਵ ਕਰ ਪਾਈਏ। ਕਈ ਤਾਂ ਇਸ ਤਰ੍ਹਾਂ ਦੇ ਹੋਟਲਿਸਟ ਨੇ ਜਿਹੜੇ ਕਿ ਸਰਵਾਈਵ ਕਰ ਜਾਣਗੇ, ਜਿਹੜੇ ਕਿ ਥੋੜ੍ਹੇ ਪੈਰ ਰੱਖਦੇ ਨੇ, ਜਿਹੜੇ ਕਿ ਕਰ ਵੀ ਜਾਣਗੇ ਸਰਵਾਈਵ। ਪਰ ਕਈ ਇਸ ਤਰ੍ਹਾਂ ਦੇ ਹੋਟਲ ਵੀ ਹੈਗੇ ਨੇ ਜਿਹੜੇ ਕਿ ਨਾ ਬਹੁਤ ਛੋਟੇ ਲੈਵਲ 'ਤੇ ਨੇ, ਹੈਂਡ ਟੂ ਮਾਊਥ ਹੀ ਸੀਗੇ, ਅਤੇ ਉਹਨਾਂ ਵਾਸਤੇ ਇਸ ਟਾਈਮ ਦੇ ਵਿੱਚ 3 ਮਹੀਨੇ ਵੀ ਆਹ ਵਾਲੇ ਬੜੇ ਔਖੇ ਨਿਕਲ ਰਹੇ ਨੇ। ਭਾਈ ਸਾਹਿਬ, ਮੇਰੇ ਹਿਸਾਬ ਨਾਲ ਅਸੀਂ ਕੱਲ੍ਹ ਪਰਸੋਂ 3-4 ਹੋਟਲ ਵਾਲਿਆਂ ਨਾਲ ਬੰਬੇ ਗੱਲ ਕੀਤੀ, ਮੇਰੀ ਦਿੱਲੀ ਗੱਲ ਹੋਈ। ਮੈਨੂੰ ਲੱਗਦਾ 97% ਹੋਟਲ ਵਾਲਿਆਂ ਦੀ ਸੇਮ ਪੋਜੀਸ਼ਨ ਹੈ। ਮੈਨੂੰ 1-2 ਹੋਟਲ ਵੀ ਐਸੇ ਨਹੀਂ ਦਿਸਦੇ ਜਿਹੜੇ ਕਹਿੰਦੇ ਅਸੀਂ ਨਿਕਲ ਜਾਵਾਂਗੇ। ਕਾਰਨ ਇਹ ਹੈ ਕਿ ਜੇ ਕੋਈ ਵੱਡਾ ਹੋਟਲ ਹੈ ਤੇ ਉਹਦੀਆਂ ਖਰਚੇ ਵੱਡਿਆਂ ਦੇ ਹਿਸਾਬ ਨਾਲ ਹੈ। ਸਪੋਜ਼ ਕਰੋ 5 ਸਟਾਰ ਹੋਟਲ ਹੈ ਤੇ ਉਹਦੀਆਂ ਸੈਲਰੀਆਂ 70 ਲੱਖ ਹੈ, ਉਹਦਾ ਬਿਜਲੀ ਦਾ ਬਿੱਲ 30 ਲੱਖ ਦਾ। ਜੇ ਕੋਈ 4 ਸਟਾਰ ਹੋਟਲ ਹੈ ਉਹਦੀ ਸੈਲਰੀ 25 ਲੱਖ ਹੈ, ਬਿਜਲੀ ਦਾ ਬਿੱਲ 10 ਲੱਖ ਹੈ। ਹਰ ਬੰਦੇ ਨੂੰ ਆਪਣੀ ਸਟੇਜ ਦੇ ਹਿਸਾਬ ਨਾਲ ਖਰਚੇ ਵੱਧਦੇ ਗਏ ਨੇ, ਔਰ ਹਰ ਬੰਦਾ 1 ਮਹੀਨਾ ਚਲਾ ਲੂਗਾ, 2 ਮਹੀਨੇ ਚਲਾ ਲੇਗਾ, ਤੀਜੇ ਮਹੀਨੇ ਉਹਦਾ ਹੈਂਡਸ ਅਪ ਹੋਣਾ ਹੀ ਹੋਣਾ। ਤੇ ਅਸੀਂ ਇਹੀ ਗੌਰਮੈਂਟ ਨੂੰ ਰਿਕੁਐਸਟ ਕਰਦੇ ਹਾਂ ਕਿ ਜਿੱਦਾਂ ਇੰਟਰਸਟ ਹੈਗੇ ਨੇ ਹੋਟਲਾਂ ਦੇ ਉੱਤੇ, ਇੰਟਰਸਟ ਦੀ ਮਾਰ ਪੈਣੀ ਹੈ। ਤੇ ਅਸੀਂ ਗੌਰਮੈਂਟ ਨੂੰ ਇਹ ਰਿਕੁਐਸਟ ਕਰਦੇ ਹਾਂ ਕਿ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਕਹੀਏ ਇੰਟਰਸਟ ਛੋੜ ਦਿਓ, ਨਾ ਤੁਸੀਂ ਛੋੜਨਾ ਤੇ ਨਾ ਛੁਟਵਾਉਣਾ। ਅਸੀਂ ਇਹ ਕਹਿੰਦੇ ਹਾਂ ਕਿ ਜਿੱਦਾਂ ਸਾਡਾ ਕੰਮ ਨਹੀਂ ਚੱਲਿਆ, ਬੈਂਕ ਵਾਲਿਆਂ ਨੂੰ ਐਡਵਾਈਜ਼ਰੀ ਕਰੋ ਜਾਂ ਸਰਕੂਲਰ ਕੱਢੇ RBI ਕਿ ਜਿਹੜਾ ਬੇਸ ਰੇਟ ਦੇ ਉੱਤੇ ਪ੍ਰੋਫਿਟ ਜੋ ਬੈਂਕ ਇਸ ਵੇਲੇ ਸਾਡੇ ਹੋਟਲਾਂ ਤੋਂ ਪ੍ਰੋਫਿਟ ਕਮਾ ਰਹੀ ਹੈ ਉਹ ਨਾ ਕਮਾਏ। ਜੋ ਬੇਸ ਰੇਟ ਹੈ 4% ਉਹ ਲਵੇ, ਉੱਤੇ ਸਾਨੂੰ ਜੋ ਬਚਦਾ ਉਹ ਸਾਨੂੰ ਛੱਡੇ ਜੇ, ਸਾਨੂੰ ਉਹ ਵੀ ਬਹੁਤ ਵੱਡੀ ਰਾਹਤ ਹੈ। ਅਸੀਂ ਗੌਰਮੈਂਟ ਨੂੰ ਫਿਰ ਸਮਝਾਉਣਾ ਚਾਹੁੰਦੇ ਹਾਂ, ਅਸੀਂ ਗੌਰਮੈਂਟ ਨੂੰ ਨਹੀਂ ਕਹਿੰਦੇ ਤੁਸੀਂ ਸਾਡਾ ਇੰਟਰਸਟ ਮਾਫ ਕਰੋ। ਸਾਨੂੰ ਪਤਾ ਗੌਰਮੈਂਟ ਕਿੱਥੋਂ ਬੋਝ ਸਹੇਗੀ, ਪਰ ਅਸੀਂ ਕਹਿੰਦੇ ਜੇ ਅਸੀਂ ਨਹੀਂ ਕਮਾਇਆ ਤੇ ਬੈਂਕ ਵਾਲਿਆਂ ਨੂੰ ਵੀ ਇੱਕ ਆਰਡਰ ਕੀਤਾ ਜਾਏ ਕਿ ਉਹ ਵੀ ਇਸ ਟੈਨਿਓਰ 'ਚ ਪ੍ਰੋਫਿਟ ਨਾ ਲੈਣ ਤੇ ਬੇਸ ਰੇਟ ਦੇ ਉੱਤੇ ਸਾਡੇ ਨਾਲ ਬੈਠ ਕੇ ਸਾਨੂੰ 1 ਸਾਲ ਦਾ ਮੋਰਟਰੀਅਮ ਦਿੱਤਾ ਜਾਏ, ਅਸੀਂ ਇਹਨੂੰ ਸਟੈਂਡ ਕਰੀਏ ਤੇ ਉਹਨਾਂ ਦੇ ਨਾਲ ਬੈਠ ਕੇ ਪਲਾਨ ਕਰੀਏ। ਜੀ ਬਿਲਕੁਲ ਜੀ, ਰਾਕੇਸ਼ ਸੱਭਰਵਾਲ ਜੀ ਨੇ ਕਿਹਾ ਕਿ ਇੰਡਸਟਰੀ ਵਾਸਤੇ, ਹੋਟਲ ਇੰਡਸਟਰੀ 'ਤੇ ਖਾਸ ਧਿਆਨ ਦੇਣ ਦੀ ਲੋੜ ਹੈ, ਕਿਉਂਕਿ ਇਹੀ ਇੱਕ ਇਸ ਤਰ੍ਹਾਂ ਦੀ ਇੰਡਸਟਰੀ ਹੈ ਜਿਹਨੂੰ ਸਟੈਂਡ ਹੋਣ ਵਿੱਚ ਕਾਫੀ ਜ਼ਿਆਦਾ ਟਾਈਮ ਲੱਗ ਜਾਣਾ। ਲਗਭਗ ਦਸੰਬਰ ਦਾ ਸਮੇਂ ਇਹਨਾਂ ਨੇ ਖੁਦ ਕਿਹਾ। ਤੇ ਸਾਡੇ ਨਾਲ ਨੇ ਮੁਕਲ ਜੀ, ਜਿਨ੍ਹਾਂ ਨਾਲ ਅਸੀਂ ਗੱਲ ਕਰਦੇ ਹਾਂ ਟਰਾਂਸਪੋਰਟ ਦੀ ਇੰਡਸਟਰੀ ਬਾਰੇ, ਕਿਉਂਕਿ ਮੁਕਲ ਜੀ ਦਾ ਟਰਾਂਸਪੋਰਟ ਦਾ ਬਹੁਤ ਵੱਡਾ ਬਿਜ਼ਨਸ ਹੈ। ਮੁਕਲ ਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਜਿਹੜੀ ਲੇਬਰ ਵਾਪਸ ਜਾ ਰਹੀ ਹੈ ਇਹ ਤੇ ਟਰਾਂਸਪੋਰਟ ਦੇ ਉੱਤੇ ਕੀ ਅਸਰ ਪਏਗਾ? ਦੇਖੋ, ਲੇਬਰ ਸਾਡੀ ਬੈਕਬੋਨ ਹਰ ਇੰਡਸਟਰੀ ਦੀ ਹੈਗੀ, ਭਾਵੇਂ ਉਹ ਟਰਾਂਸਪੋਰਟ ਹੋਵੇ ਜਾਂ ਇਨਫਰਾਸਟ੍ਰਕਚਰ ਇੰਡਸਟਰੀ ਹੋਵੇ, ਹੋਟਲ ਇੰਡਸਟਰੀ ਹੋਵੇ, ਹਰ ਦੀ ਬੈਕਬੋਨ ਇੱਕ ਸਾਡੀ ਲੇਬਰ ਮੰਨੀ ਜਾਂਦੀ ਹੈ। ਲੇਬਰ ਵਾਪਸ ਜਾਣ ਕਰਕੇ ਸਾਡੀ ਟਰਾਂਸਪੋਰਟ ਇੰਡਸਟਰੀ 'ਤੇ ਵੀ ਬਹੁਤ ਬੜਾ ਫਰਕ ਪਿਆ। ਜਿਹੜੀ ਸਾਡੀ ਲੋਡਿੰਗ ਅਨਲੋਡਿੰਗ ਹੈਗੀ ਹੈ ਜਾਂ ਟਰਾਂਸਪੋਰਟੇਸ਼ਨ ਡਰਾਈਵਰਸ ਕਹਿ ਲਓ, ਸਾਰੇ ਇਸ ਪਿਛਲੇ 40 ਦਿਨਾਂ ਦੇ ਵਿੱਚ ਟੁੱਟ ਚੁੱਕੇ ਨੇ। ਉਹਨਾਂ ਨੂੰ ਬੇਸਿਕ ਅਮੈਨਿਟੀਜ਼ ਨਹੀਂ ਮਿਲ ਪਾਈਆਂ, ਸਰਕਾਰ ਤੋਂ ਕੋਈ ਸਹਿਯੋਗ ਨਹੀਂ ਮਿਲ ਪਾਇਆ। ਔਖਾ ਸਮਾਂ ਸੀਗਾ, ਸਾਰਿਆਂ ਲਈ ਸੀਗਾ। ਬਟ ਜੇ ਇਹਨਾਂ ਦੇ ਸਰਕਾਰ ਇਹਨਾਂ ਦੇ ਲਈ ਸਪੈਸ਼ਲ ਪ੍ਰੋਗਰਾਮ, ਸਪੈਸ਼ਲ ਇਹਨਾਂ ਦਾ ਖਿਆਲ ਰੱਖਣਾ ਚਾਹੀਦਾ ਸੀ, ਜੋ ਕਿ ਨਹੀਂ ਰੱਖ। ਇਸ ਕਰਕੇ ਸਾਡੀ ਟਰਾਂਸਪੋਰਟੇਸ਼ਨ ਇੰਡਸਟਰੀ ਦੇ ਲੇਬਰ ਦਾ ਬਹੁਤ ਫਰਕ ਪਿਆ ਹੈਗਾ। ਜੀ, ਜਿਵੇਂ ਕਿ ਲੇਬਰ ਜਿਹੜੀ ਹੈ, ਭਾਵੇਂ ਉਹਨਾਂ ਨੂੰ ਇੱਥੇ ਖਾਣ ਪੀਣ ਲਈ ਰਾਸ਼ਨ ਮਿਲਦਾ ਸੀ ਜਾਂ ਨਹੀਂ ਮਿਲਦਾ ਸੀਗਾ, ਪਰ ਫਿਰ ਵੀ ਉਹ ਸਾਰੇ ਅੱਜ ਦੀ ਡੇਟ ਦੇ ਵਿੱਚ ਵਾਪਸ ਆਪਣੇ ਘਰ ਜਾਣ ਦੇ ਇੱਛੁਕ ਨੇ। ਤੇ ਸਾਰਾ ਜਿਹੜਾ ਕੰਮ ਹੈਗਾ ਟਰਾਂਸਪੋਰਟ ਦਾ, ਇਹ ਲੇਬਰ ਦੇ ਸਿਰ ਉੱਤੇ ਡਿਪੈਂਡ ਹੈ, ਸਾਰਾ ਕੁਝ ਉਹਦੇ ਸਿਰ 'ਤੇ ਹੋਣਾ। ਜਦੋਂ ਹੁਣ ਲੇਬਰ ਨਹੀਂ ਰਹੇਗੀ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਸਰਵਾਈਵ ਕਰੇਗੀ ਇੰਡਸਟਰੀ?
ਦੇਖੋ ਲੇਬਰ ਨੂੰ ਵਾਪਸ ਦੁਬਾਰਾ ਲੈ ਕੇ ਆਉਣ ਲਈ ਸਰਕਾਰ ਨੂੰ ਮੈਂ ਫਿਰ ਦੱਸ ਰਿਹਾ ਸਰਕਾਰ ਨੂੰ ਕਾਫੀ ਅੱਛੀ ਪਾਲਿਸੀਆਂ ਕਰਨੀਆਂ ਪੈਣਗੀਆਂ ਲੇਬਰ ਨੂੰ ਵਾਪਸ ਅਟਰੈਕਟ। ਜਿਸ ਤਰ੍ਹਾਂ ਹੁਣ ਲੇਬਰ ਟੁੱਟ ਕੇ ਵਾਪਸ ਆਪਣੇ ਘਰਾਂ ਨੂੰ ਗਈ ਹੈਗੀ ਹੈ, ਇਹਨਾਂ ਨੂੰ ਸਰਕਾਰ ਨੇ ਇੱਕ ਫੈਸਿਲਿਟੀ ਦਿੱਤੀ ਕਿ ਫ੍ਰੀ ਇਹਨਾਂ ਨੂੰ ਟਰਾਂਸਪੋਰਟੇਸ਼ਨ ਬੱਸ 'ਚ ਟ੍ਰੇਨ ਦੇ ਵਿੱਚ ਦਿੱਤੀ ਗਈ, ਵਾਪਸ ਆਪਣੇ ਘਰਾਂ 'ਚ ਪਹੁੰਚ ਗਏ। ਹੁਣ ਸਰਕਾਰ ਨੂੰ ਵਾਪਸ ਮਿਹਨਤ ਕਰਕੇ ਵਾਪਸ ਇੱਕ ਪਾਲਿਸੀ ਕਰਨੀ ਪਏਗੀ ਜਿਸ 'ਚ ਫ੍ਰੀ ਇਹਨਾਂ ਨੂੰ ਵਾਪਸ ਕੰਮਾਂ ਦੇ ਵਿੱਚ ਲੈ ਕੇ ਆਉਣ ਲਈ ਵੀ ਮੋਟੀਵੇਸ਼ਨ ਕਰਨੀ ਪਏਗੀ। ਉਹੀ ਮੋਟੀਵੇਸ਼ਨ ਜ਼ੋਰ ਦੀ ਇਹਨਾਂ ਨੂੰ ਹੋਏ ਕਿ ਇਹ ਕੰਮ ਦੇ ਵਿੱਚ ਵਾਪਸ ਆਉਣ, ਤਾਂ ਕਿ ਸਾਡੀ ਸਾਰੀ ਇੰਡਸਟਰੀ ਵਾਪਸ ਆਪਣੇ ਪੈਰਾਂ 'ਤੇ ਖੜੀ ਹੋ ਪਾਏਗੀ। ਜੀ ਬਿਲਕੁਲ, ਜਿਹੜੀ ਟਰਾਂਸਪੋਰਟ ਇੰਡਸਟਰੀ ਹੈ ਇਹਦੇ ਨਾਲ ਸਾਰਾ ਦਾਰੋਮਦਾਰ ਟਿਕਿਆ ਹੁੰਦਾ, ਕਿ ਢੋਈਆ ਸਾਰਿਆਂ ਤੱਕ ਰਾਸ਼ਨ ਪਹੁੰਚਾਉਣਾ, ਸਾਰਾ ਕੁਝ ਟਰਾਂਸਪੋਰਟ ਦੇ ਉੱਤੇ ਡਿਪੈਂਡ ਹੁੰਦਾ ਹੈ। ਤੇ ਹੁਣ ਜਿਸ ਵੇਲੇ ਇੰਨਾ ਚਿਰ ਟਰਾਂਸਪੋਰਟ ਇੰਡਸਟਰੀ ਬੰਦ ਰਹੀ ਹੈ, ਟਰੱਕ ਨਹੀਂ ਚੱਲੇ ਸੜਕਾਂ ਦੇ ਉੱਤੇ, ਹੁਣ ਹੌਲੀ ਹੌਲੀ ਚੱਲਣਾ ਸ਼ੁਰੂ ਹੋਏ ਆ, ਪਰ ਜਦ ਤੱਕ ਇੰਡਸਟਰੀ ਖੁੱਲ੍ਹੇਗੀ ਤਦ ਤੱਕ ਕੀ ਅਸਰ ਹੋਏਗਾ? ਕਿਉਂਕਿ ਟਰੱਕਾਂ ਦੀਆਂ ਜਿਹੜੀਆਂ ਕਿਸ਼ਤਾਂ ਆ ਉਹ ਵੀ ਜਾਣੀਆਂ ਬਹੁਤ ਜ਼ਰੂਰੀ ਹੁੰਦੀਆਂ, ਸਾਰੇ ਖਰਚੇ ਵੀ ਪਏ ਹੁੰਦੇ ਆ। ਦੇਖੋ ਟਰਾਂਸਪੋਰਟ ਬਿਜ਼ਨਸ 'ਚ ਟਰੱਕਸ ਇਜ਼ ਲਾਈਕ ਮਨੀ। ਜੇ ਤੁਹਾਡਾ ਟਰਾਂਸਪੋਰਟ ਟਰੱਕ ਰੁਕ ਗਿਆ ਤਾਂ ਮਤਲਬ ਤੁਹਾਡੀ ਮਨੀ ਰੁਕ ਗਈ ਹੈਗੀ ਹੈ। ਅਤੇ ਜਦ ਤੱਕ ਇੰਡਸਟਰੀ ਖੁੱਲ੍ਹੀ ਹੈਗੀ ਹੈ, ਠੀਕ ਹੈ, ਸਰਕਾਰ ਨੇ ਹੁਣ ਹੌਲੀ ਹੌਲੀ ਕਰਕੇ ਹੋਰ ਵੀ ਕਰ ਰਹੀ ਹੈ ਕਿ ਹੋਰ ਇੰਡਸਟਰੀਜ਼ ਖੁੱਲ੍ਹਣ, ਬਟ ਇਟ ਇਜ਼ ਹਲੇ ਵੀ ਹਾਫ ਹਾਰਟedly ਜਦ ਇੰਡਸਟਰੀਜ਼ ਖੁੱਲ੍ਹਣਗੀਆਂ ਉਹਦਾ ਕੋਈ ਇਫੈਕਟ ਨਹੀਂ ਪਏਗਾ, ਕਿਉਂਕਿ ਹਰ ਇੰਡਸਟਰੀ ਇੱਕ ਦੂਜੀ ਇੰਡਸਟਰੀ ਨਾਲ ਜੁੜੀ ਹੁੰਦੀ ਹੈ। ਲੌਜਿਸਟਿਕਸ ਮਤਲਬ ਇੰਡਸਟਰੀਜ਼ ਹਰ ਸਰਵਿਸਿਜ਼ ਰॉ ਮਟੀਰੀਅਲ ਚਾਹੀਦਾ ਹੈਗਾ। ਜਿੱਦਾਂ ਆਈ ਐਮ ਵਰਕਿੰਗ ਵਿਦ ਗਵਰਨਮੈਂਟ ਕੰਪਨੀਜ਼ ਲਾਈਕ RINL, ਰਾਸ਼ਟਰੀ ਇਸਪਾਤ ਨਿਗਮ ਲਿਮਿਟਡ, ਸਟੀਲ ਅਥਾਰਟੀ ਆਫ ਇੰਡੀਆ ਐਂਡ ਅਦਰ ਸਟੀਲ ਪਲਾਂਟਸ ਆਲਸੋ। ਉਹਨਾਂ 'ਚ ਪ੍ਰੋਬਲਮ ਇਹ ਹੈਗੀ ਹੈ ਕਿ ਹੁਣ ਇੰਨੇ ਵੱਡੇ ਵੱਡੇ ਪਲਾਂਟਸ ਹੈਗੇ, ਉਹਨਾਂ ਨੂੰ ਰॉ ਮਟੀਰੀਅਲ ਦੀ ਦਿੱਕਤ ਆ ਰਹੀ ਹੈਗੀ ਹੈ, ਟਰਾਂਸਪੋਰਟੇਸ਼ਨ ਦੀ ਦਿੱਕਤ ਆ ਰਹੀ ਹੈ, ਐਂਡ ਟੂ ਐਂਡ ਲੌਜਿਸਟਿਕਸ ਜਿਹਨੂੰ ਅਸੀਂ ਕਹਿੰਦੇ ਹੈਗੇ, ਲੌਂਗ ਮਾਈਲ, ਸ਼ਾਰਟ ਹਾਲ ਟਰਾਂਸਪੋਰਟੇਸ਼ਨ ਕਰਕੇ ਉਹਨਾਂ ਦੀ ਵੀ ਇੰਡਸਟਰੀ। ਜਦ ਤੱਕ ਸਾਰੀ ਇੰਡਸਟਰੀਜ਼ ਫੁੱਲ ਫਲੈਜ ਨਹੀਂ ਖੁੱਲ੍ਹ ਜਾਣਗੀਆਂ ਉਦ ਤੱਕ ਸਾਨੂੰ ਕੰਮ ਕਰਨ 'ਚ ਦਿੱਕਤਾਂ ਰਹਿਣੀਆਂ। ਜੀ ਬਿਲਕੁਲ ਜੀ, ਜਿਹੜੀ ਮਾਈਗ੍ਰੇਟ ਲੇਬਰ ਵਾਪਸ ਜਾ ਰਹੀ ਹੈ, ਇਹਦੇ ਨਾਲ ਬੜੀ ਸਮੱਸਿਆ ਇੰਡਸਟਰੀ ਨੂੰ ਆ ਰਹੀ ਹੈ। ਸਾਡੇ ਨਾਲ ਹੁਣ ਨੇ ਕੁਨਾਲ ਸੱਭਰਵਾਲ ਜੀ, ਜਿਨ੍ਹਾਂ ਨਾਲ ਗੱਲ ਕਰਾਂਗੇ। ਇਹਨਾਂ ਦੀ ਹੈ ਕੰਸਟਰਕਸ਼ਨ ਇੰਡਸਟਰੀ। ਤੇ ਸਰ, ਤੁਹਾਨੂੰ ਲੇਬਰ ਦੇ ਨਾਲ ਕਿਸ ਤਰ੍ਹਾਂ ਦੀ ਸਮੱਸਿਆ ਆ ਰਹੀ? ਕਿਉਂਕਿ ਕਾਰੋਬਾਰ ਤਾਂ ਸਾਰੇ ਬੰਦ ਆ, ਹੁਣ ਕੰਸਟਰਕਸ਼ਨ ਹੌਲੀ ਹੌਲੀ ਸ਼ੁਰੂ ਹੋਈ ਹੈ, ਪਰ 2 ਮਹੀਨਿਆਂ ਤੋਂ ਕਾਰੋਬਾਰ ਬੰਦ ਸੀ ਕੰਸਟਰਕਸ਼ਨ। ਜਤਿੰਦਰ ਜੀ, ਪਹਿਲੇ ਤਾਂ ਮੈਂ ਕੁਨਾਲ ਸੱਭਰਵਾਲ, ਹੈਮਿਲਟਨ ਲੈਂਡ ਡਿਵੈਲਪਰਸ ਪ੍ਰਾਈਵੇਟ ਲਿਮਿਟਡ ਜਲੰਧਰ 'ਚ ਇੱਕ ਕੰਸਟਰਕਸ਼ਨ ਡਿਵੈਲਪਮੈਂਟ ਦਾ ਬਿਜ਼ਨਸ ਕਰਦਾ। ਅਤੇ ਤੁਸੀਂ ਜਿੱਦਾਂ ਪੁੱਛ ਰਹੇ ਹੋ ਲੇਬਰ ਦੇ ਬਾਰੇ, ਲੇਬਰ ਦਾ ਫੈਕਟਰ ਇੱਕ ਬਹੁਤ ਇੰਪੋਰਟੈਂਟ ਫੈਕਟਰ ਹੈ ਇਨ ਆਲ ਦਾ ਇੰਡਸਟਰੀ, ਚਾਹੇ ਉਹ ਟਰਾਂਸਪੋਰਟ ਹੋਵੇ, ਸਰਵਿਸ ਇੰਡਸਟਰੀ ਹੋਵੇ, ਰੀਅਲ ਇਸਟੇਟ ਹੋਵੇ। ਜੇ ਲੇਬਰ ਹੀ ਨਹੀਂ ਰਹੇਗੀ ਤਾਂ ਕੋਈ ਵੀ ਇੰਡਸਟਰੀ ਨਹੀਂ ਚੱਲ ਪਾਏਗੀ ਜੀ। ਅਤੇ ਇਹ 40 ਦਿਨ ਦਾ ਜਿਹੜਾ ਹੁਣ ਤੱਕ 40 ਤੋਂ 50 ਦਿਨ ਦਾ ਲੋਕਡਾਊਨ ਹੋਇਆ, ਇਹ ਇੱਕ ਨਾ ਇਮੈਚਿਓਰ ਜਿਹਾ ਲੋਕਡਾਊਨ ਹੋਇਆ। ਕਿਉਂਕਿ ਕੀ ਸੀਗਾ, ਸਰਕਾਰਾਂ ਲਈ, ਆਈ ਡੋਂਟ ਬਲੇਮ ਸਰਕਾਰ, ਬਿਕੋਜ਼ ਉਹਨਾਂ ਲਈ ਵੀ ਇਹ ਫਸਟ ਟਾਈਮ ਐਕਸਪੀਰੀਅੰਸ ਸੀਗਾ। ਜੇ ਇੱਦਾਂ ਦਾ ਇਟ ਸ਼ੁੱਡ ਹੈਵ ਬੀਨ ਹੈਪਨ ਕਿ ਜੇ ਹੁੰਦਾ ਵੀ ਲੋਕਡਾਊਨ ਤਾਂ ਹੁੰਦਾ ਐਟਲੀਸਟ ਕਿ 1 ਹਫ਼ਤੇ ਦਾ ਹਰ ਬੰਦੇ ਨੂੰ ਟਰਾਂਸਪੋਰਟੇਸ਼ਨ ਫੈਸਿਲਿਟੀ ਮਿਲਦੀ, ਜਿਹਨੇ ਉਸ ਟਾਈਮ ਉਸ ਡਿਊਰੇਸ਼ਨ 'ਚ ਫਰਵਰੀ ਐਂਡ ਦੇ ਵਿੱਚ ਜਾਂ ਮਾਰਚ ਐਂਡ ਦੇ ਵਿੱਚ ਆਪਣੇ ਘਰ ਜਾਣਾ ਸੀਗਾ, ਉਹਨੂੰ ਟਾਈਮ ਦਿੱਤਾ ਜਾਂਦਾ, ਸੋਚਾ ਸਮਝਾ ਇੱਕ ਪਲਾਨ ਹੁੰਦਾ। ਹੁਣ ਕੀ ਹੋਇਆ ਹੈ ਕਿ ਉਹ ਇੱਕਦਮ ਨਾਲ ਲੋਕਡਾਊਨ ਹੋਇਆ, ਇਹ ਮਹਾਮਾਰੀ ਫੈਲ ਗਈ। ਇਹ ਇੱਕ ਇਨਵਿਜ਼ੀਬਲ ਜੀ ਬਿਮਾਰੀ ਹੈ ਜਿਹਨੂੰ ਕੁਝ ਸਮਝ ਹੀ ਨਹੀਂ ਹੈ ਲੋਕਾਂ ਨੂੰ ਕਿ ਕਿੱਥੋਂ ਕਿੱਦਾਂ ਫੈਲ ਰਹੀ ਹੈ। ਅਤੇ ਉਹਦੇ ਵਿੱਚ ਕੀ ਹੋਇਆ ਕਿ 40 ਦਿਨ ਲੇਬਰ ਆਪਣੇ ਵਿਲੇਜ, ਆਪਣੇ ਕੁਆਟਰਸ ਦੇ ਵਿੱਚ ਜਾ ਕੇ ਬਹਿ ਗਈ। ਹੁਣ ਸਾਰੇ ਆਪਸ 'ਚ ਮਿਲ ਜੁਲ ਕੇ ਜਿਹੜੇ 10% ਜਾਂ 20% ਬੰਦਿਆਂ ਨੇ ਜੈਨੂਅਨ ਵਾਪਸ ਜਾਣਾ ਸੀਗਾ, ਉਹਨਾਂ ਨੇ ਅੱਗੇ 40% ਜੈਨੂਅਨ ਬੰਦੇ ਉਹ ਮਤਲਬ ਹੋਰ ਬੰਦਿਆਂ ਨੂੰ ਅਫੈਕਟ ਕਰਕੇ ਹੁਣ ਲੈ ਕੇ ਜਾਈ ਜਾ ਰਹੇ। ਅਸੀਂ ਤਾਂ ਸਰਕਾਰਾਂ ਨੂੰ, ਆਪਣੇ ਇੱਥੇ ਐਡਮਿਨਿਸਟ੍ਰੇਸ਼ਨ ਨੂੰ 10 ਵਾਰੀ ਹੱਥ ਜੋੜ ਕੇ ਰਿਕੁਐਸਟ ਕੀਤੀ ਹੈ, ਤੁਸੀਂ ਕਾਈਂਡਲੀ ਇੰਪਲੋਇਰ ਦਾ ਵੀ ਉਹ ਲਓ ਕਿ ਇੰਪਲੋਇਰ ਚਾਹੁੰਦਾ ਕਿ ਉਹਦੀ ਲੇਬਰ ਜਾਵੇ, ਜਾਂ ਜਿਹੜੀ ਲੇਬਰ ਜਾ ਰਹੀ ਹੈ ਉਹਨੂੰ ਕੀ ਤੁਸੀਂ ਸਮਝਾ ਰਹੇ ਹੋ ਕਿ ਉਹ ਆਪਣੇ ਪਿੰਡ ਜਾ ਕੇ, ਆਪਣੇ ਸਟੇਟ ਜਾ ਕੇ ਉਹਨੇ 14 ਦਿਨ ਜਾਂ 21 ਦਿਨ ਦਾ ਕੁਆਰੰਟਾਈਨ ਵੀ ਹੋਣਾ ਪੈਣਾ। ਅਸੀਂ ਤਾਂ ਇਹ ਸਮਝਾ ਰਹੇ ਹਾਂ ਲੋਕਾਂ ਨੂੰ ਕਿ ਤੁਸੀਂ ਦੇਖੋ, ਅਸੀਂ ਖਾਣਾ ਪੀਣਾ ਸਾਰਾ ਕੁਝ ਉਹਨਾਂ ਦਾ ਅਰੇਂਜਮੈਂਟ ਕਰਕੇ ਰੱਖਿਆ ਹੋਇਆ। ਹੁਣ ਤਾਂ ਸਾਡਾ ਕੰਮ ਵੀ ਸ਼ੁਰੂ ਹੋ ਗਿਆ। ਹੁਣ ਇੱਕ ਜਿਹੜਾ ਕੰਮ ਖੁੱਲ੍ਹਿਆ ਇਹ ਵੀ ਬੜਾ ਹਾਫ ਹਾਰਟedly ਜਿਹਾ ਖੁੱਲ੍ਹਿਆ ਜੀ। ਕੰਸਟਰਕਸ਼ਨ ਖੋਲ੍ਹਤੀ 3-4 ਤਰੀਕ ਨੂੰ। ਹੁਣ ਕੀ ਹੈ, ਕੰਸਟਰਕਸ਼ਨ ਦੇ ਖੋਲ੍ਹਣ ਦੇ ਨਾਲ ਨਾਲ ਬੜੀ ਚੀਜ਼ਾਂ ਇਨਵੋਲਵਡ ਹੈ, ਰॉ ਮਟੀਰੀਅਲ ਇਨਵੋਲਵਡ ਹੈ, ਕਸਟਮਰ ਦੀ
ਫਾਈਨੈਂਸਿਸ ਅਰਾਊਂਡ ਹੈ ਇਨਵੋਲਡ ਹੈ, ਬੈਂਕਾਂ ਦੀ ਪੇਮੈਂਟਸ ਇਨਵੋਲਡ ਹੈ। ਬੈਂਕ ਨੂੰ ਕਹੀਏ ਜੀ ਕਸਟਮਰ ਦਾ ਲੋਨਸ ਪ੍ਰੋਸੈਸ ਕਰੋ ਤਾਂ ਉਹ ਨਹੀਂ ਕਰਦੇ, ਰॉ ਮਟੀਰੀਅਲ ਅਰੇਂਜ ਕਰਨ ਜਾਈਏ ਤਾਂ ਉਹ ਨਹੀਂ ਕਰਦੇ। ਸੋ ਇਟ ਇਜ਼ ਆਈ ਵੁੱਡ ਸੇ ਕਿ ਇੱਕ ਬੜਾ ਸਟ੍ਰੈਟੇਜਿਕਲੀ ਪਲਾਨ ਹੋਣਾ ਚਾਹੀਦਾ ਸੀ, ਜਿਹੜਾ ਥੋੜਾ ਜਿਹਾ ਲੈਪਸ ਹੈ। ਹੁਣ ਹੁਣੇ ਵੀ ਕੋਈ ਟਾਈਮ ਨਹੀਂ ਹੈ, ਵੀ ਸ਼ੁੱਡ ਸਟ੍ਰਿਕਟ ਆਲ ਦ ਐਡਮਿਨਿਸਟ੍ਰੇਸ਼ਨਸ ਕਿ ਜਿਹੜੀ ਲੇਬਰ ਜਾ ਰਹੀ ਹੈ ਯੂ ਹੈਵ ਟੂ ਐਟਲੀਸਟ ਗੈਟ ਅ EMPLOYER ਸਰਟੀਫਿਕੇਟ ਆਲਸੋ। ਹੁਣ ਕੀ ਹੋ ਰਿਹਾ ਕਿ ਉਹ ਜਾਂਦਾ ਹੈ ਜੀ, ਉਹ ਪੁਲਿਸ ਥਾਣੇ ਜਾਂਦਾ ਹੈ, ਕਹਿੰਦਾ ਮੈਂ ਜਾਣਾ ਹੈ, ਰੀਜ਼ਨ XYZ ਲਿਖਦਾ ਹੈ, ਨਹੀਂ ਗੋਜ਼ ਅਵੇ। ਸੋ ਇਟ ਇਜ਼ ਅ ਵੈਰੀ ਮਤਲਬ ਬਹੁਤ ਅੱਗੇ ਮਤਲਬ ਇਹ ਡਿਫਿਕਲਟ ਸਿਚੁਏਸ਼ਨ ਹੋਣ ਵਾਲੀ ਹੈ ਜੀ ਕੰਸਟਰਕਸ਼ਨ ਇੰਡਸਟਰੀ ਲਈ, ਕਿ ਜੇ ਕੰਸਟਰਕਸ਼ਨ ਇੰਡਸਟਰੀ ਹਰ ਚੀਜ਼ 'ਚ ਇਨਵੋਲਡ ਹੈ, ਮਤਲਬ ਘਰਾਂ ਦੇ ਵਿੱਚ ਇਨਵੋਲਡ ਹੈ, ਗੌਰਮੈਂਟ ਦੀ ਕੰਸਟਰਕਸ਼ਨ ਹੈ। ਸੋ ਜਿੱਦਾਂ ਦੀ ਇਹ ਲੇਬਰ ਦੀ ਮਾਈਗ੍ਰੈਂਟ ਮਤਲਬ ਲੋਕ ਬਾਹਰ ਜਾ ਰਹੇ ਮਾਈਗ੍ਰੈਂਟ ਲੇਬਰਸ, ਇਹ ਬਹੁਤ ਵੱਡੀ ਪ੍ਰੋਬਲਮ ਆਉਣ ਵਾਲੀ ਹੈ ਅੱਗੇ ਦੇ ਟਾਈਮ 'ਤੇ। ਜੀ ਬਿਲਕੁਲ, ਜਿਹੜੀ ਲੇਬਰ ਵਾਪਸ ਜਾ ਰਹੀ ਹੈ ਇਹਦੀ ਬਹੁਤ ਵੱਡੀ ਸਮੱਸਿਆ ਆਉਣ ਵਾਲੀ ਹੈ। ਪਰ ਜਿਵੇਂ ਕਿ ਹੁਣ 2 ਮਹੀਨੇ ਕੰਮ ਬੰਦ ਰਿਹਾ, ਲੇਬਰ ਨੂੰ ਖਾਣਾ ਵੀ ਦਿੱਤਾ ਹੋਏਗਾ ਜਾਂ ਸੈਲਰੀ ਵੀ ਦਿੱਤੀ ਹੋਏਗੀ, ਪਰ ਉਸ ਤੋਂ ਬਾਵਜੂਦ ਜਿਹੜੀ ਹੁਣ ਲੇਬਰ ਜਾ ਰਹੀ ਹੈ, ਕੀ ਇਹਦੀ ਵਾਪਸ ਆਉਣ ਦੀ ਕੋਈ ਉਮੀਦ ਹੈਗੀ? ਕਿਉਂਕਿ ਹਲੇ ਤੱਕ ਤਾਂ ਉਹ ਜਾਈ ਜਾ ਰਹੇ ਲਗਾਤਾਰ, ਉਹਨਾਂ ਨੂੰ ਉੱਥੇ ਫੈਸਿਲਿਟੀਜ਼ ਮਿਲਣਗੀਆਂ। ਕੀ ਗੱਲ ਇੱਥੋਂ ਦੀ ਹੁਣ ਜਿਹੜੀ ਜਾ ਰਹੀ ਹੈ ਉਹ ਵਾਪਸ ਆਏਗੀ? ਦੇਖੋ ਬਹੁਤ ਇਹ ਇੱਕ ਇੰਪੋਰਟੈਂਟ ਸਵਾਲ ਹੈ। ਜਿਹੜੀ ਇਹ ਤੋਂ ਪਹਿਲਾਂ ਤਾਂ ਜਾ ਰਹੀ ਉਹ ਵਿਚਾਰੀ 1.5-2 ਮਹੀਨੇ ਤੋਂ ਪਹਿਲਾਂ ਇੱਥੇ ਉਹਨਾਂ ਨੇ ਉਹ ਕੀਤਾ ਨਾ ਕਮਾਈ ਕੀਤੀ, ਫਿਰ ਹੁਣ ਉਹ 6 ਮਹੀਨੇ ਆਪਣੇ ਘਰਾਂ ਨੂੰ ਜਿਹੜਾ ਜਾਏਗਾ ਉਹ ਪਹਿਲਾਂ 15-21 ਦਿਨ ਕੁਆਰੰਟੀਨ ਹੋਏਗਾ, ਫਿਰ ਹਫਤੇ 10 ਦਿਨ ਬਾਅਦ ਉਹ ਆਪਣੀ ਫੈਮਿਲੀ ਨਾਲ ਮਿਲੇਗਾ, ਘੱਟ ਤੋਂ ਘੱਟ 2-3 ਮਹੀਨੇ ਆਪਣਾ ਉੱਥੇ ਗੁਜ਼ਾਰੇਗਾ। ਤੇ ਮੈਨੂੰ 6 ਮਹੀਨੇ ਵਾਪਸ ਆਉਂਦੇ ਨਜ਼ਰ ਨਹੀਂ ਆਉਂਦੇ ਇਹ ਲੋਕ। ਤੇ ਮੇਰੇ ਖਿਆਲ ਨਾਲ ਸਾਡੇ ਪੂਰੇ ਜਲੰਧਰ 'ਚ ਨਾ ਕਰਦੇ ਵੀ ਜੀ 2 ਤੋਂ 3 ਲੱਖ ਲੇਬਰ ਹੋਏਗੀ, ਜੋ ਮੇਰੀ ਅੰਡਰਸਟੈਂਡਿੰਗ ਹੈ ਕਿ 30 ਤੋਂ 40% ਲੇਬਰ ਹੈਜ਼ ਆਲਰੇਡੀ ਅਪਲਾਈਡ। ਲੱਖ ਬੰਦਾ ਅਪਲਾਈ ਕਰ ਚੁੱਕਾ ਹੈ ਕਿ ਅਸੀਂ ਵਾਪਸ ਜਾਣਾ ਹੈ। ਉਹ ਬਹੁਤ ਸੀਰੀਅਸ ਪ੍ਰੋਬਲਮ ਹੈ। ਅਸੀਂ ਐਡਮਿਨਿਸਟ੍ਰੇਸ਼ਨ ਨਾਲ ਮੇਰੀ ਰੋਜ਼ਾਨਾ ਡਿਸਕਸ ਹੁੰਦਾ ਹੈ ਕਿ ਤੁਸੀਂ ਇਹਨੂੰ ਬੜਾਵਾ ਨਾ ਦਿਓ, ਤੁਸੀਂ ਇਹ ਨਾ ਦੇਖੋ ਕਿ ਬਿਹਾਰ ਵਾਲਾ ਕੀ ਇਨਸੈਂਟਿਵ ਦੇ ਰਿਹਾ ਜਾਂ UP ਵਾਲਾ ਕੀ ਇਨਸੈਂਟਿਵ, ਤੁਸੀਂ ਆਪਣੇ ਪੰਜਾਬ ਨੂੰ ਬਚਾਓ। ਸੇਮ ਪ੍ਰੋਬਲਮ ਲੁਧਿਆਣਾ ਹੈ। ਜਦ ਉਹਨਾਂ ਨਾਲ ਗੱਲ ਕਰ ਐਡਮਿਨਿਸਟ੍ਰੇਸ਼ਨ ਨਾਲ ਗੱਲ ਕਰਦੇ ਉਹ ਕਹਿੰਦੇ ਜੀ ਇਹ ਸੜਕਾਂ 'ਤੇ ਆ ਜਾਂਦੇ ਆ, ਸਾਡੀ ਗੱਡੀਆਂ ਭੰਨਣ ਲੱਗ ਪੈਂਦੇ ਆ। ਬਟ ਇਹ ਗੱਲ ਤਾਂ ਠੀਕ ਹੈ ਬਟ ਉਹਨਾਂ ਨੂੰ ਐਜੂਕੇਟ ਕਰੋ। ਅੱਜ ਮੈਂ ਪਰਸੋਂ ਦੇਖ ਰਿਹਾ ਸੀ ਕਿ ਬੱਲੇ ਬੱਲੇ ਫਾਰਮ 'ਚ ਕਿਆ ਬੰਦਿਆਂ ਦੀ ਲਾਈਨਾਂ ਲੱਗੀਆਂ ਹੋਈਆਂ ਸੀਗੀਆਂ। ਤੁਸੀਂ ਨਕੋਦਰ ਚੌਂਕ ਚਲੇ ਜਾਓ, ਨਕੋਦਰ ਚੌਂਕ ਤੋਂ ਥੋੜ੍ਹਾ ਜਿਹਾ ਸੱਜੇ ਵੱਲ ਪਾਸੇ ਰਵੀਦਾਸ ਚੌਕ ਕੋਲ ਜਾਓ, ਤੁਸੀਂ ਲਾਈਨਾਂ ਦੇਖਣ ਵਾਲੀਆਂ। ਇਹ ਦੇਖ ਕੇ ਇੱਕ ਬੰਦੇ ਨੂੰ ਕਹਿੰਦੇ ਨਾ ਭੂੰਡ ਦਾ ਛੱਤਾ ਹੈ, ਆਪਸ 'ਚ ਬੰਦੇ ਅਟਰੈਕਟ ਹੁੰਦਾ, ਉਹ ਹਾਲ ਹੋ ਰਿਹਾ। ਇੱਕ ਬੰਦਾ ਜਾਂਦਾ ਉਹ 4 ਬੰਦੇ ਨਾਲ ਲੈ ਜਾਂਦਾ, ਇੱਕ ਬੰਦੇ ਜਿਹਨੇ ਜਾਣਾ ਸੀਗਾ ਉਹ 4 ਬੰਦੇ ਨਾਲ ਲੈ ਕੇ ਜਾ ਰਹੇ। 30 ਤੋਂ 40% ਦੀ ਸਾਡੀ ਕੈਲਕੂਲੇਸ਼ਨ ਹੈ ਕਿ ਸਾਰੇ ਬੰਦੇ ਜਿਹੜੇ ਅੱਜ 100 ਬੰਦਾ ਇੰਡਸਟਰੀ ਜਾਂ 1000 ਬੰਦਾ ਸੀਗਾ ਉਹਦਾ 300 ਤੋਂ 400 ਬੰਦਾ ਜਾ ਰਿਹਾ, ਜਾਂ 100 ਬੰਦਾ ਸੀਗਾ ਤਾਂ 30 ਤੋਂ 40 ਬੰਦੇ ਜਾ ਰਹੇ। ਤੇ ਜਿਸ ਵੇਲੇ ਇੰਡਸਟਰੀ ਦੁਆਰਾ ਸ਼ੁਰੂ ਹੋਏਗੀ, ਦੁਆਰਾ ਕੰਮ ਸ਼ੁਰੂ ਹੋਣਗੇ, ਉਸ ਵੇਲੇ ਤੱਕ ਕੀ ਅਸਰ ਪਿਆ ਹੋਏਗਾ ਇਸ ਕੰਸਟਰਕਸ਼ਨ ਇੰਡਸਟਰੀ ਤੇ, ਖਾਸ ਕਰਕੇ ਜਿਹਦੇ ਉੱਤੇ ਸਾਰਾ ਦਾਰੋਮਦਾਰ ਟਿਕਿਆ ਹੋਇਆ? ਦੇਖੋ ਜੀ ਕੰਸਟਰਕਸ਼ਨ ਇੰਡਸਟਰੀ ਜਦੋਂ ਕਹਿੰਦਾ ਹੈ ਨਾ, ਹੁਣ ਇੱਕ ਨੈਸੈਸਿਟੀ ਇੰਡਸਟਰੀ ਸੀਗੀ ਸਾਡੀ। ਬੇਸਿਕਲੀ ਇਟ ਇਜ਼ ਨਾਟ ਦੈਟ ਲਗਜ਼ਰੀ ਨਹੀਂ ਹੈ, ਘਰ ਇੱਕ ਬੰਦੇ ਨੂੰ ਆਪਣੀ ਨੈਸੈਸਿਟੀ ਲਈ ਚਾਹੀਦਾ ਹੁੰਦਾ। ਬਟ ਉसी ਵੇਲੇ ਹਮੇਸ਼ਾ ਕਹਿੰਦੇ ਰੋਟੀ ਕੱਪੜਾ ਐਂਡ ਮਕਾਨ। ਤਾਂ ਮਕਾਨ ਇੱਕ ਨੈਸੈਸਿਟੀ ਵੀ ਹੈ, ਲੇਕਿਨ ਥਰਡ ਪ੍ਰੈਫਰੈਂਸ ਹੁੰਦਾ। ਪਹਿਲਾਂ ਬੰਦਾ ਰੋਟੀ ਖਾਂਦਾ ਹੈ, ਫਿਰ ਕੱਪੜਾ ਪਾ ਜਾਂਦਾ, ਫਿਰ ਉਹ ਮਕਾਨ ਆਪਣਾ ਖਰੀਦਦਾ, ਨਹੀਂ ਤਾਂ ਉਹ ਕਿਰਾਏ 'ਤੇ ਲੈਂਦਾ। ਸੋ ਸਾਡੇ ਲਈ ਇਸ ਇੰਡਸਟਰੀ ਨੂੰ ਇੱਕ ਸਾਡਾ ਸ਼ੁਰੂ ਤੋਂ ਫੋਕਸ ਰਿਹਾ ਕਿ ਸਾਡੀ ਇੰਡਸਟਰੀ ਨੂੰ ਇਹ ਜਿੱਦਾਂ ਐਗਰੀਕਲਚਰ ਸੈਕਟਰ ਨੂੰ ਪਾਉਂਦੇ ਆ, ਸੇਮ ਰੀਅਲ ਏਸਟੇਟ ਨੂੰ ਵੀ ਇਹ ਪ੍ਰਾਇਓਰਟੀ ਸੈਕਟਰ 'ਚ ਪਾਉਣ। ਜੇ ਪ੍ਰਾਇਓਰਟੀ ਸੈਕਟਰ 'ਚ ਪਾਉਣਗੇ ਤਾਂ ਸਾਡਾ ਰੇਟ ਆਫ ਇੰਟਰਸਟ ਜਿਹੜਾ ਸਾਡੇ ਤੇ ਅੱਜ ਦੀ ਡੇਟ ਵਿੱਚ ਨੈਗੇਟਿਵ ਪ੍ਰੋਫਾਈਲ ਦੇ ਵਿੱਚ ਗਿਣਿਆ ਜਾਂਦਾ ਕਿ ਤੁਸੀਂ ਰੀਅਲ ਏਸਟੇਟ ਦਾ ਕੰਮ ਕਰਦੇ ਹੋ। ਤੁਹਾਨੂੰ ਜੇ ਅਮੂਮਨ ਤੁਹਾਡੀ ਲਿਮਿਟ ਦਾ 7-8% ਇੰਟਰਸਟ ਹੈ, ਤੁਹਾਨੂੰ 11-12% ਪੈਣਾ, ਬਿਕੋਜ਼ ਇਟ ਇਜ਼ ਅ ਰੀਅਲ ਏਸਟੇਟ ਸੈਕਟਰ। ਸਾਡੇ ਬੈਂਕਾਂ ਲਈ ਇਹ ਨੈਗੇਟਿਵ ਪ੍ਰੋਫਾਈਲ ਹੈ। ਰੀਅਲ ਏਸਟੇਟ ਵਿੱਚ ਕਾਫੀ ਲੋਕਾਂ ਦੇ ਅਕਾਊਂਟ ਖਰਾਬ ਹੋਏ ਤਾਂ ਉਹਨਾਂ ਨੇ ਉਹਨੂੰ ਨੈਗੇਟਿਵ ਪ੍ਰੋਫਾਈਲ ਕਰਤਾ। ਉਹ ਨੈਗੇਟਿਵ ਪ੍ਰੋਫਾਈਲ ਇਸੇ ਕਰਕੇ ਹੋਏ ਕਿਉਂਕਿ ਤੁਸੀਂ ਰੇਟ ਆਫ ਇੰਟਰਸਟ ਯੂ ਚਾਰਜਿੰਗ ਆਏ। ਉਹਦੇ ਕਰਕੇ ਜਿਹੜੇ ਡਿਵੈਲਪਰਸ, ਜਿਹੜੇ ਬੀ ਟਾਊਨ ਡਿਵੈਲਪਰਸ ਹੈ ਲਾਈਕ ਅਸ, ਉਹਨਾਂ ਦੀ ਲਿਕੁਇਡਿਟੀ 'ਤੇ ਫਰਕ ਪੈਂਦਾ ਹੈ। ਔਰ ਅਸੀਂ ਤਾਂ ਕਾਫੀ ਦੇਰ ਤੋਂ ਸਰਕਾਰਾਂ ਨੂੰ ਕਿ ਇਹਨੂੰ ਤੁਸੀਂ ਪੋਜ਼ੀਟਿਵ ਦੇਖਿਆ ਜਾਏ। ਅਸੀਂ ਲੋਕਾਂ ਨੂੰ ਘਰ ਪ੍ਰੋਵਾਈਡ ਕਰਦੇ ਹਾਂ, ਜਿੱਦਾਂ ਇੱਕ ਐਗਰੀਕਲਚਰ ਬੰਦੇ ਨੂੰ ਖਾਣਾ ਪ੍ਰੋਵਾਈਡ ਕਰਦਾ, ਅਸੀਂ ਲੋਕਾਂ ਨੂੰ ਘਰ ਪ੍ਰੋਵਾਈਡ ਕਰਦੇ। ਅਤੇ ਕਾਈਂਡਲੀ ਸਾਡੇ 'ਤੇ ਤੁਸੀਂ ਇਹ ਇੱਕ ਉਹ ਬਣਾ ਕੇ ਕੀ ਕਹਿੰਦੇ ਹੈ ਸਪੈਸ਼ਲ ਸੈਕਟਰ ਬਣਾ ਕੇ ਰੀਅਲ ਏਸਟੇਟ ਨੂੰ ਪੋਜ਼ੀਟਿਵ ਫੈਕਟਰ ਦਿਖਾਇਆ। ਇਹ ਬਹੁਤ ਇੰਪੋਰਟੈਂਟ ਇੰਡਸਟਰੀ ਹੈ। ਜੀ ਬਿਲਕੁਲ, ਕੁਨਾਲ ਜੀ ਨੇ ਕਿਹਾ ਬਹੁਤ ਇੰਪੋਰਟੈਂਟ ਇੰਡਸਟਰੀ ਹੈ, ਅਤੇ ਸਾਰੇ ਇੰਡਸਟਰੀ ਦੇ ਮਾਹਿਰ ਹੀ ਨੇ ਇੱਥੇ। ਟਰਾਂਸਪੋਰਟ
ਕੰਸਟਰਕਸ਼ਨ ਤੇ ਹੋਟਲ ਇੰਡਸਟਰੀ ਦੇ ਸਾਰੇ ਮਾਹਿਰ ਨੇ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਇੰਡਸਟਰੀ ਦਾ ਲੇਬਰ ਦੇ ਜਾਣ ਨਾਲ ਬਹੁਤ ਇੰਡਸਟਰੀ 'ਤੇ ਫਰਕ ਪਏਗਾ ਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਦੇਖਿਆ ਜਾਵੇ, ਕਰਿਆ ਜਾਵੇ, ਕੁਛ ਨਾ ਕੁਛ ਇਹਨਾਂ ਦਾ ਹੱਲ ਕੀਤਾ ਜਾਵੇ ਤਾਂ ਕਿ ਰਾਹਤ ਮਿਲੇ, ਜਿਹਦੇ ਨਾਲ ਇੰਡਸਟਰੀ ਨੂੰ ਫਰਕ ਪਏ। ਇੱਕ ਜਿਵੇਂ ਕਿ ਅੱਜ ਮੈਂ ਜਦੋਂ ਆਇਆ ਸੀ ਦੇਖਿਆ ਸਾਰਾ ਪਰਿਵਾਰ ਇਕੱਠਾ ਹੋ ਕੇ ਬੈਠਾ ਹੋਇਆ ਸੀ ਇੱਕੋ ਜਗ੍ਹਾ ਤੇ, ਇੱਕੋ ਲਾਉਣ ਦੇ ਵਿੱਚ, ਤੇ ਮਦਰ ਡੇ ਦੇ ਉੱਤੇ ਸਾਰੇ ਇੱਕ ਗੀਤ ਵੀ ਗਾ ਰਹੇ, ਸੈਲੀਬ੍ਰੇਟ ਵੀ ਕਰ ਰਹੇ ਸੀ। ਅੱਜ ਦਾ ਮਦਰ ਡੇ ਉੱਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ? ਕੁਛ ਨਹੀਂ, ਮਦਰ ਡੇ ਤੇ ਸਾਡੇ ਸਵੇਰੇ ਸਵੇਰੇ ਗ੍ਰੈਂਡ ਡਾਟਰ ਬੱਚੇ ਸਾਰੇ ਸਾਡੇ ਰੂਮ 'ਚ ਆ ਗਏ ਤੇ ਮਿਸਿਸ ਨੂੰ, ਆਪਣੀ ਦਾਦੀ ਨੂੰ ਉਹਨਾਂ ਨੇ ਕਾਰਡ ਦਿੱਤੇ, ਬੜਾ ਅੱਛਾ ਲੱਗਾ। ਤੇ ਫਿਰ ਉਸ ਤੋਂ ਆਪਣੇ ਮਦਰਸ ਕੋਲ ਗਏ, ਸਵੇਰੇ ਉਹਨਾਂ ਨੇ ਆਪਣੀ ਫੇਸਬੁੱਕਾਂ ਵਟਸਐਪ ਭਰਨੇ ਸ਼ੁਰੂ ਕਰਤੇ ਤੇ ਅੱਛਾ ਲੱਗ ਰਿਹਾ ਗੈਟ ਟੂਗੇਦਰ ਕਰਕੇ। ਸਾਰੇ ਅਸੀਂ ਇਕੱਠੇ ਲੰਚ ਕਰਦੇ ਹਾਂ, ਫਿਰ ਬੈਡਮਿੰਟਨ ਖੇਡਦੇ ਨੇ, ਫਿਰ ਰਾਤੀ ਡਿਨਰ ਇਕੱਠੇ ਕਰਦੇ ਹਾਂ। ਬੱਚਿਆਂ ਨੂੰ ਟੌਪਿਕ ਦਿੱਤੇ ਜਾਂਦੇ ਨੇ ਦਿਨ 'ਚ, ਉਹ ਸਾਰਾ ਦਿਨ ਪ੍ਰਪੇਅਰ ਕਰਦੇ ਨੇ। ਰਾਤੀ ਡਿਨਰ ਟਾਈਮ ਉਹਨਾਂ ਨੂੰ ਅੱਧਾ ਘੰਟਾ ਦਿੱਤਾ ਜਾਂਦਾ ਹੈ, ਉਹ ਆਪਣੇ ਆਪਣੇ ਟੌਪਿਕ 'ਤੇ ਬੋਲਦੇ ਨੇ। ਬਸ ਇੱਦਾਂ ਕਰਕੇ ਦਿਨ ਬਤੀਤ ਹੋ ਜਾਂਦਾ ਸਾਡਾ। ਜੀ ਬਿਲਕੁਲ, ਇਹ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਕਿ ਬੱਚਿਆਂ ਨਾਲ ਬੈਠ ਕੇ ਦਿਨ ਬਹੁਤ ਸੋਹਣਾ ਬਤੀਤ ਹੁੰਦਾ ਹੈ। ਪਰ ਮੈਂ ਮੁੜ ਦੁਬਾਰਾ ਉਸੇ ਟੌਪਿਕ 'ਤੇ ਆਵਾਂਗਾ ਕਿ ਜਿਹੜੀ ਇੰਡਸਟਰੀ ਦਾ ਇਹ ਹਾਲ ਹੈ, ਇਹਦੇ ਬਾਰੇ ਤੁਸੀਂ ਸਰਕਾਰ ਕੋਲੋਂ ਕੀ ਡਿਮਾਂਡ ਕਰਦੇ ਹੋ, ਕੀ ਮੰਗ ਕਰਦੇ ਹੋ? ਦੇਖੋ, ਅਸੀਂ ਸਰਕਾਰ ਕੋਲੋਂ ਇੱਕੋ ਹੀ ਚੀਜ਼ ਮੰਗਦੇ ਹਾਂ ਕਿ ਠੀਕ ਹੈ, ਟਰਾਂਸਪੋਰਟ ਵਾਲੇ ਵੀ ਬੈਠੇ ਨੇ ਅਤੇ ਆਪਣਾ ਕੰਸਟਰਕਸ਼ਨ ਵਾਲੇ ਵੀ ਨੇ। ਮੈਂ ਸਰਕਾਰ ਨੂੰ ਕਲੀਅਰ ਕੱਟ ਕਰਨਾ ਕਿ ਦੇਖੋ, ਸਾਡਾ ਜਿਹੜਾ ਹਾਈ ਲੈਵਲ ਹੈ, ਮੋਦੀ ਜੀ ਨੇ, ਅਮਿਤ ਸ਼ਾਹ ਜੀ ਨੇ, ਅਨੁਰਾਗ ਜੀ ਸਾਡੇ ਜਲੰਧਰ ਤੋਂ ਨੇ। ਅਨੁਰਾਗ ਜੀ ਨੇ ਸਾਰੇ ਬੜੇ ਅੱਛੀ ਸੋਚ ਹੈ ਉਹਨਾਂ ਦੀ, ਔਰ ਸਾਨੂੰ ਅੱਛੀ ਤਰ੍ਹਾਂ ਪਤਾ ਕਿ ਉਹ ਦਿਲੋਂ ਫੀਲ ਕਰਦੇ ਨੇ ਕਿ ਅਸੀਂ ਫੈਸਿਲਿਟੀਆਂ ਦਈਏ ਔਰ ਉਹ ਜਿਹੜੀ ਉਹ ਦਈਏ ਪਬਲਿਕ ਤੱਕ ਪਹੁੰਚਣ। ਪਰ ਜਿਹੜੇ ਉਹਨਾਂ ਦੇ ਥੱਲੇ ਪਾਲਿਸੀਆਂ ਬਣਾਉਣ ਵਾਲੇ ਨੇ, ਸਾਨੂੰ ਉਹਨਾਂ 'ਤੇ ਵਿਸ਼ਵਾਸ ਘੱਟ ਹੈ, ਕਿਉਂਕਿ ਉਹ ਉੱਪਰੋਂ ਆਰਡਰ ਕਰ ਦਿੰਦੇ ਨੇ, ਪਾਲਿਸੀ ਬਣਾਉਣ ਵਾਲੇ ਵਿੱਚ ਕੁੰਡੀਆਂ ਪਾ ਦਿੰਦੇ ਨੇ। ਜਿੱਦਾਂ PFA ਦਾ ਆਇਆ, ਉਹਦੇ 'ਚ ਦੇਖੋ ਲੇਬਰ ਨੂੰ ਬੈਨੀਫਿਟ ਮਿਲਣਾ ਸੀਗਾ PFA ਵਾਲੇ 'ਚ, ਤੇ ਉਹਦੇ ਵਿੱਚ ਉਹਨਾਂ ਨੇ ਕਲੋਜ਼ਾਂ ਲਾਤੀ ਆ 100 ਤੋਂ ਉੱਤੇ ਬੰਦਾ ਨਹੀਂ ਹੋਣਾ ਚਾਹੀਦਾ, 15,000 ਤੋਂ ਉੱਤੇ ਸੈਲਰੀ ਨਹੀਂ। ਉਹ ਜੇ ਤੁਸੀਂ ਦੇਣਾ ਹੀ ਹੈ, ਫਿਰ ਤੁਸੀਂ ਲੇਬਰ ਨੂੰ ਦੇਣਾ ਤਾਂ ਉਹਨੂੰ ਖੁੱਲ੍ਹੇ ਦਿਲ ਨਾਲ ਦਿਓ। ਦਿਲ ਨਾਲ ਕਹਿੰਦੇ ਨਾ ਸਾਡੇ ਪੰਜਾਬੀਆਂ, ਜੇ ਹੱਸਦੇ ਖੇਡਦੇ ਚੀਜ਼ ਦਿਓਗੇ ਤਾਂ ਉਹਨੂੰ ਪਚੇਗੀ ਵੀ ਤੇ ਉਹਨੂੰ ਭਲੇਗੀ ਵੀ। ਤੇ ਇੱਥੇ ਉਹ ਵਿੱਚ ਕੁੰਡੀਆਂ ਪਾ ਦਿੰਦੇ ਨੇ। ਫਿਰ ਅਸੀਂ ਘੁੰਮਦੇ ਰਹਿੰਦੇ ਹਾਂ। ਮੋਰਟਰੀਅਮ ਦਿੱਤਾ, ਮੋਰਟਰੀਅਮ ਦੇ ਵਿੱਚ ਬੈਂਕ ਵਾਲੇ ਨਾਲ ਗੱਲ ਕਰਦੇ ਹਾਂ ਅਸੀਂ, ਉਹ ਕਹਿੰਦੇ ਸਾਡੇ ਕੋਲ ਤਾਂ ਕੋਈ ਸਰਕੂਲਰ ਨਹੀਂ ਹੈ, ਤਾਂ ਐਡਵਾਈਜ਼ਰੀ ਹੈ, ਕੋਈ ਮੰਨੇ ਕੋਈ ਨਾ ਮੰਨੇ। ਅਸੀਂ ਚਾਹੁੰਦੇ ਹਾਂ ਕਿ ਜੇ ਗੌਰਮੈਂਟ ਜੇ ਦੇਣੀ ਚਾਹੁੰਦਾ ਹੈ ਨਾ, ਖੁੱਲ੍ਹ ਕੇ ਦੇਵੇ, ਕਲੀਅਰ ਦੇਵੇ, ਔਰ ਐਂਡ ਤੱਕ ਇੰਸਟਰਕਸ਼ਨਾਂ ਹੋਣੀਆਂ ਚਾਹੀਦੀਆਂ ਕਿ ਇਹ ਮੈਂ ਦਿੱਤਾ, ਇੱਕ ਬੰਦੇ ਨੂੰ ਪਤਾ ਹੋਣਾ ਚਾਹੀਦਾ। ਤੇ ਉਹੀ ਗੱਲ ਅਸੀਂ ਕਹਿ ਰਹੇ ਹਾਂ ਕਿ ਉੱਪਰਲੇ ਮਿਨਿਸਟਰ ਲੈਵਲ ਸਾਡੇ ਬਿਲਕੁਲ ਠੀਕ ਨੇ। ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਹਾਂ ਕਿ ਜੋ ਤੁਸੀਂ ਦੇ ਰਹੇ ਹੋ ਉਹਦੇ 'ਚ ਇੱਕ ਟੀਮ ਬਣਾਓ ਜਿਹੜੀ ਐਂਡ ਤੱਕ ਸਮਝੇ। ਜਿਹੜੇ ਸਾਡੇ MPs ਨੇ ਤੁਸੀਂ ਰੱਖੇ ਹੋਏ ਨੇ, ਜਿਹੜੇ MLAs ਨੇ, ਉਹਨਾਂ ਨੂੰ ਪਾਵਰਾਂ ਦਿਓ ਕਿ ਉਹ ਚੈੱਕ ਕਰਨ ਸਾਰੀ ਇੰਡਸਟਰੀ ਨੂੰ ਉਹ ਬੈਨੀਫਿਟ ਮਿਲ ਰਹੇ ਨੇ ਜਿਹੜੇ ਤੁਸੀਂ ਦੇ ਰਹੇ ਹੋ। ਬਸ ਇਹ ਹੀ ਮੇਰਾ ਕਹਿਣ ਦਾ ਮਤਲਬ ਹੈ। ਜੀ ਬਿਲਕੁਲ, ਸੱਭਰਵਾਲ ਸਾਹਿਬ ਦਾ ਕਹਿਣਾ ਹੈ ਕਿ ਇੰਡਸਟਰੀ ਨੂੰ ਪੂਰੇ ਫਾਇਦੇ ਸਰਕਾਰ ਵੱਲੋਂ ਦਿੱਤੇ ਵੀ ਜਾਣੇ ਚਾਹੀਦੇ ਨੇ ਤੇ ਉਹਨਾਂ ਦੀ ਡਿਮਾਂਡ ਵੀ ਹੈ, ਕਿਉਂਕਿ 50 ਦਿਨ ਤੋਂ ਜ਼ਿਆਦਾ ਲਾਕਡਾਊਨ ਦਾ ਸਮੇਂ ਹੋ ਚੁੱਕਾ ਹੈ। ਘਰ 'ਚ ਬੈਠੇ ਨੇ, ਆਪਣੀ ਲੇਬਰ ਨੂੰ ਤਨਖਾਹ ਵੀ ਦੇ ਰਹੇ ਨੇ, ਕਾਮਿਆਂ ਨੂੰ ਤਨਖਾਹ ਵੀ ਦੇ ਰਹੇ ਨੇ, ਉਹਨਾਂ ਦੀ ਹਰੇਕ ਜ਼ਰੂਰਤਾਂ ਵੀ ਪੂਰੀਆਂ ਕਰ ਰਹੇ ਨੇ, ਪਰ ਫਿਰ ਵੀ ਘਰ ਬੈਠੇ ਸਰਕਾਰ ਵੱਲੋਂ ਹਲੇ ਕਿਸੇ ਵੀ ਰਾਹਤ ਦੀ ਇਹਨਾਂ ਨੂੰ ਉਮੀਦ ਨਹੀਂ ਹੈਗੀ। ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ ਸਰਕਾਰ ਇਹਨਾਂ ਦੀ ਗੱਲ ਸੁਣੇ ਤੇ ਕੁਛ ਨਾ ਕੁਛ ਰਾਹਤ ਦੇ ਤਾਂ ਕਿ ਇੰਡਸਟਰੀ ਦੁਆਰਾ ਫਿਰ ਆਪਣੇ ਪੈਰਾਂ 'ਤੇ ਖੜੀ ਹੋ ਸਕੇ। ਕੈਮਰਾਮੈਨ ਜਿਵੇਸ਼ ਦੇ ਨਾਲ ਜਤਿੰਦਰ ਸ਼ਰਮਾ, ਡੇਲੀ ਪੋਸਟ ਪੰਜਾਬੀ। ਡੇਲੀ ਪੋਸਟ ਵੇਖ ਰਹੇ ਸਾਰੇ